मैं स्टडी की और मैं पढ़िया कि एक जगह ਤੇ ਲਿਖਿਆ ਮਿਲਦਾ ਕਿ ਜੇ ਤੁਸੀਂ ਸੋਚ ਲਿਆ ਅਸੀਂ ਬੁੱਢੇ ਹੋ ਗਏ, ਮੈਂ ਬੁੱਢਾ ਹੋਣਾ ਸ਼ੁਰੂ ਹੋ ਗਿਆ, ਮੈਂ ਬੁੱਢਾ ਹੋ ਗਿਆ, ਤੁਹਾਡੇ ਕਿਡਨੀ ਨੇ ਉਦੋਂ ਹੀ ਘੱਟ ਕੰਮ ਕਰਨਾ ਸ਼ੁਰੂ ਕਰ ਦੇਣਾ, ਤੁਹਾਡੇ ਫੇਫੜਿਆਂ ਨੇ ਉਦੋਂ ਹੀ ਘੱਟ ਕੰਮ ਕਰਨਾ ਸ਼ੁਰੂ ਕਰ ਦੇਣਾ। ਯਾਨੀ ਕਿ ਤੁਹਾਡੇ ਵਿਚਾਰ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ, ਤੁਹਾਡੇ ਖਾਦੇ ਦਾ, ਤੁਹਾਡੇ ਆਹਾਰ ਦਾ ਉਨਾ ਅਸਰ ਨਹੀਂ ਹੁੰਦਾ ਜਿੰਨਾ ਤੁਹਾਡੇ ਵਿਚਾਰ ਦਾ ਅਸਰ ਹੁੰਦਾ ਹੈ। ਸਰੀਰਕ ਰੋਗ ਨੂੰ ਇਹ ਸਮਝਦੇ ਨੇ ਕਿ ਸਾਨੂੰ ਕਿਸੇ ਨੇ ਕੁਝ ਕਰਤਾ, ਯਾਨੀ ਕਿ ਕਿਸੇ ਨੇ ਉਹਨਾਂ ਨੂੰ ਕੋਈ ਬਿਮਾਰੀ, ਕਿਸੇ ਜਾਦੂ ਮੰਤਰ ਟੂਣੇ ਦੁਬਾਰਾ ਦੇ ਦਿੱਤੀ ਗਈ ਹੈ। ਕਿਉਂਕਿ ਬਾਬਾ ਫਰੀਦ ਜੀ ਕੀ ਕਹਿੰਦੇ ਆ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾਏ। ਬੰਦਾ ਬੈਠਾ ਬੈਠਾ ਸੋਚਦਾ ਮੈਨੂੰ ਦੁੱਖ ਨੇ, ਤਕਲੀਫਾਂ ਨੇ। ਦੇਖੋ ਸੋਚੋ ਤੁਸੀਂ, ਤੁਹਾਡੇ ਸਰੀਰ ਦੇ ਵਿੱਚ 1 2 ਜਾਂ 3 ਦੁੱਖ ਹੋ ਸਕਦੇ ਆ, 3 ਰੋਗ ਹੋ ਸਕਦੇ ਆ, 1 ਵੀ ਹੋ ਸਕਦਾ, 2 ਵੀ, 3 ਵੀ, ਬਟ ਤੁਹਾਨੂੰ ਸੁੱਖ ਹੋ ਸਕਦਾ 1 2 3 ਨੂੰ ਇਕੱਠਾ ਜੋੜ ਦਈਏ 123। ਹੁਣ ਤੁਸੀਂ ਧਿਆਨ ਕਿੱਥੇ ਦਿੰਦੇ ਹੋ? 1 2 3 ਦੁੱਖਾਂ ਤੇ। ਸੁੱਖ ਕਿੰਨੇ ਨੇ ਤੁਹਾਨੂੰ? 123, 150 ਵੀ ਹੋ ਸਕਦੇ ਆ, 500 ਸੁੱਖ ਹੋ ਸਕਦੇ ਤੁਹਾਨੂੰ। ਕੁਝ ਦਿਨ ਪਹਿਲਾਂ ਅਮਰੀਕਾ 'ਚ ਇੱਕ ਘਟਨਾ ਹੋਈ ਆ, ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਆ। ਇੱਕ ਪਰਿਵਾਰ ਇੱਕ ਜਹਾਜ਼ ਵਿੱਚ ਸਵਾਰ ਹੋਇਆ, ਐਮਾਜ਼ੋਨ ਦੇ ਸੰਘਣੇ ਹਨੇਰ ਭਰੇ ਜੰਗਲਾਂ ਵਿੱਚ ਉੱਤੋਂ ਦੀ ਗੁਜ਼ਰ ਰਿਹਾ, ਜਹਾਜ਼ ਕ੍ਰੈਸ਼ ਹੋ ਗਿਆ। ਲੱਭਣ ਲੱਗ ਪਏ, ਲੱਭਣ ਕੀ, ਬਹੁਤ ਗਹਿਰਾ ਜੰਗਲ ਹੈ। ਜਦੋਂ ਉਸ ਜਹਾਜ਼ ਕੋਲੇ ਟੀਮ ਉਤਰੀ ਹੈ ਤੇ ਦੇਖਿਆ ਕਿ ਕੁਝ ਲਾਸ਼ਾਂ ਪਈਆਂ ਨੇ, 2-3 ਲਾਸ਼ਾਂ ਪਈਆਂ ਨੇ, ਲੇਕਿਨ ਉਹਨਾਂ ਦੇ ਨਾਲ 4 ਬੱਚੇ ਸੀ, ਜਿਨ੍ਹਾਂ ਚੋਂ ਇੱਕ 2 ਸਾਲ ਦਾ, ਇੱਕ 6-7 ਸਾਲ ਦਾ, ਇੱਕ 9 ਤੇ ਇੱਕ 13 ਸਾਲਾਂ ਦਾ। 4 ਬੱਚੇ ਉੱਥੇ ਨਹੀਂ ਨੇ। ਉਹ ਸੋਚਦੇ ਨੇ ਵੀ ਉਹਨਾਂ ਦੀਆਂ ਲਾਸ਼ਾਂ ਨਹੀਂ ਨੇ ਤੇ ਹੋ ਸਕਦਾ ਬੱਚੇ ਬਚ ਗਏ ਹੋਣ। ਹੁਣ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੱਭਣ ਦੀ। ਅਗਰ ਤੁਸੀਂ ਬਿਮਾਰ ਰਹਿੰਦੇ ਹੋ ਤਾਂ ਸੋਚਿਆ ਜੇ ਕਿ ਤੁਹਾਡਾ ਸਰੀਰ ਜਿਹੜਾ ਹੈ ਇਹ 2 ਤਰ੍ਹਾਂ ਦਾ ਹੈ। ਇੱਕ ਤਾਂ ਤੁਹਾਨੂੰ ਜਿਹੜਾ ਦਿਖਾਈ ਦਿੰਦਾ ਹੈ ਇਹ ਬਹਿਰੂਨੀ ਹੈ, ਇਹ ਬਾਹਰੀ ਸਰੀਰ ਹੈ, ਪਰ ਇੱਕ ਸਾਨੂੰ ਅੰਦਰੂਨੀ ਸਰੀਰ ਮਿਲਿਆ ਹੈ ਜਿਹਨੂੰ ਤੁਸੀਂ ਆਤਮਿਕ ਸਰੀਰ ਵੀ ਕਹਿ ਸਕਦੇ ਹੋ। ਜਿੱਦਾਂ ਇਸ ਸਰੀਰ ਦਾ ਬਲ ਹੈ, ਇਸੇ ਤਰੀਕੇ ਨਾਲ ਆਤਮਾ ਦਾ ਆਤਮਿਕ ਬਲ ਹੈ। ਤਾਂ ਸਰੀਰ 2 ਤਰ੍ਹਾਂ ਦਾ ਹੋਇਆ। ਹੁਣ ਜਦੋਂ ਵੀ ਕੋਈ ਬਿਮਾਰ ਹੁੰਦਾ ਹੈ ਤੇ ਉਹ ਬਾਹਰੀ ਤੌਰ ਤੇ ਉਹਦੇ ਕੁਝ ਚਿੰਨ੍ਹ ਪ੍ਰਗਟ ਹੁੰਦੇ ਨੇ, ਉਹਨੂੰ ਕੁਝ ਸਮੱਸਿਆਵਾਂ ਆਉਂਦੀਆਂ ਨੇ, ਕੁਝ ਦੁੱਖ ਹੁੰਦੇ ਨੇ, ਤਕਲੀਫਾਂ ਹੁੰਦੀਆਂ ਨੇ। ਉਹ ਇਹ ਸੋਚਦਾ ਹੈ ਕਿ ਇਹ ਸਰੀਰਕ ਜਿਹੜੇ ਦੁੱਖ ਨੇ, ਸਰੀਰ ਦੀਆਂ ਸਮੱਸਿਆਵਾਂ ਨੇ, ਪਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਬੰਧ ਜਿਹੜਾ ਹੈ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਤੁਹਾਡੇ ਅੰਦਰੂਨੀ ਸਰੀਰ ਨਾਲ ਹੁੰਦਾ ਹੈ। ਔਰ ਅੰਦਰੂਨੀ ਸਰੀਰ ਨੂੰ ਬਿਮਾਰ ਕਰਨ ਵਾਲੇ ਜਿਹੜੇ ਫੈਕਟਰਸ ਨੇ, ਜਿਹੜੀਆਂ ਚੀਜ਼ਾਂ ਨੇ, ਆਪਾਂ ਉਹਦੇ ਤੇ ਗੱਲ ਕਰਾਂਗੇ। ਵੀਡੀਓ ਲੰਬੀ ਜ਼ਰੂਰ ਹੋਏਗੀ, ਲੇਕਿਨ ਤੁਹਾਨੂੰ ਬਹੁਤ ਸਾਰੇ ਰਸਤੇ ਵਿਖਾਏਗੀ। ਅਗਰ ਤੁਸੀਂ ਬਿਮਾਰ ਹੋ ਜਾਂ ਤੁਹਾਡਾ ਕੋਈ ਅਜ਼ੀਜ਼ ਬਿਮਾਰ ਹੈ ਤਾਂ ਉਹ ਅਗਰ ਵੀਡੀਓ ਨੂੰ ਦੇਖੇਗਾ ਤਾਂ ਉਹਨੂੰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਮੌਕੇ ਮਿਲਣਗੇ। ਉਹ ਕਿਸ ਤਰ੍ਹਾਂ ਕਿ ਦੇਖੋ, ਇਹ ਜੋ ਮੰਨ ਲਓ ਕਿ ਕੋਈ ਆਦਮੀ ਚਿੰਤਾ ਕਰਦਾ ਹੈ, ਤਾਂ ਚਿੰਤਾ ਜਦੋਂ ਕਰਦਾ ਹੈ ਤਾਂ ਚਿੰਤਾ ਬਾਰੇ ਭਗਤ ਰਵਿਦਾਸ ਜੀ ਬਾਣੀ 'ਚ ਕਹਿੰਦੇ ਨੇ ਕਿ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਜਿਨ੍ਹਾਂ ਨੇ ਬਹੁਤ ਜ਼ਿਆਦਾ ਚਿੰਤਾ ਕੀਤੀ ਉਹਨਾਂ ਨੂੰ ਰੋਗ ਹੋ ਗਿਆ। ਹੁਣ ਗੁਰੂ ਨਾਨਕ ਸਾਹਿਬ ਚਿੰਤਾ ਨੂੰ ਦੂਰ ਕਰਨ ਦਾ ਉਪਾਅ ਦੱਸਦਿਆਂ ਹੋਇਆਂ ਕਹਿੰਦੇ ਨੇ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਬਿਰੋਜੀ ਦੇ। ਉਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ। ਕਹਿਣ ਦਾ ਭਾਵ ਕਿ ਤੂੰ ਹੈ ਜੀਵ ਚਿੰਤਾ ਨਾ ਕਰ, ਚਿੰਤਾ ਉਸ ਕਰਤੇ ਨੂੰ ਹੈ। ਜਲ ਦੇ ਵਿੱਚ ਜੀਵ ਪੈਦਾ ਕਰ ਦਿੱਤੇ ਨੇ, ਉਹਨਾਂ ਨੂੰ ਵੀ ਖਾਣਾ ਮਿਲਦਾ, ਨਾ ਉੱਥੇ ਕੋਈ ਹੱਟੀ ਹੈ ਤੇ ਨਾ ਕੋਈ ਉੱਥੇ ਬਾਜ਼ਾਰ ਹੈ ਤੇ ਨਾ ਕੋਈ ਕਿਰਸ ਕਰਕੇ ਸਾਂਭ ਕੇ ਰੱਖਦਾ। ਇਸ ਤਰੀਕੇ ਦੇ ਨਾਲ ਸਾਨੂੰ ਅਗਵਾਈ ਮਿਲਦੀ ਹੈ ਤਾਂ ਅਸੀਂ ਚਿੰਤਾ ਨੂੰ ਕੀ ਕਰਾਂਗੇ? ਚਿੰਤਨ ਵਿੱਚ ਬਦਲਾਂਗੇ। ਅਗਰ ਕੋਈ ਸਮੱਸਿਆ ਹੈ ਤਾਂ ਉਹਦਾ ਕੋਈ ਹੱਲ ਹੈ, ਉਹ ਜਿਹੜਾ ਹੱਲ ਹੋਏਗਾ ਉਹ ਚਿੰਤਨ ਦੁਆਰਾ ਨਿਕਲੇਗਾ। ਅਸੀਂ ਸਮੱਸਿਆ ਬਾਰੇ ਜ਼ਿਆਦਾ ਨਹੀਂ ਸੋਚਣਾ, ਅਸੀਂ ਸਮੱਸਿਆ ਦੇ ਹੱਲ ਬਾਰੇ ਸੋਚਾਂਗੇ। ਔਰ ਮੰਨ ਕੇ ਦੇਖੋ, ਤੁਸੀਂ ਆਪਣੇ ਸਰੀਰ ਦੇ ਬਾਰੇ ਸੋਚੋ, ਥੋੜਾ ਜਿਹਾ ਗੱਲ ਨੂੰ ਸਮਝਿਆ ਜੇ, ਬੜੀ ਡੂੰਘਾਈ ਦੇ ਨਾਲ ਸਮਝਿਆ ਜੇ, ਬੜੀ ਕੰਮ ਦੀ ਗੱਲ ਹੈ। ਆਰਗਨ ਸਿਸਟਮ ਨੇ ਤੁਹਾਡੇ, ਉਹਨਾਂ ਦੇ ਵਿੱਚ ਕੀ ਹੈ ਕਿ 5 ਸਿਸਟਮ ਜਿਹੜੇ ਨੇ ਉਹ ਵਾਈਟਲ ਆਰਗਨ ਨੇ। ਉਹ ਕਿਹੜੇ ਕਿਹੜੇ ਨੇ ਭਲਾ? ਸਭ ਤੋਂ ਪਹਿਲਾ ਹੈ ਦਿਮਾਗ, ਦੂਜਾ ਹੈ ਹਾਰਟ, ਤੀਜਾ ਹੈ ਜਿਗਰ, ਔਰ ਚੌਥਾ ਹੈ ਕਿਡਨੀ, ਤੇ ਪੰਜਵਾਂ ਹੈ ਫੇਫੜੇ। ਹੁਣ ਇਹ 5 ਜਿਹੜੇ ਆਰਗਨ ਸਿਸਟਮ ਨੇ, ਵਾਈਟਲ ਆਰਗਨ ਨੇ, ਇਹਨਾਂ ਵਿੱਚ ਕੀ ਹੁੰਦਾ ਹੈ ਕਿ ਜਦੋਂ ਹੀ ਤੁਸੀਂ ਦਿਮਾਗ ਦੇ ਵਿੱਚ ਕੋਈ ਵਿਚਾਰ ਕੀਤਾ,
ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਮੈਂ ਗੱਲ ਕਰ ਰਿਹਾ ਕਿ ਜਿੱਦਾਂ ਤੁਸੀਂ ਬਿਮਾਰੀ ਨੂੰ ਠੀਕ ਕਰਨ ਲਈ ਪਰਹੇਜ਼ ਕਰਦੇ ਹੋ, ਅੱਜ ਮੈਂ ਤੁਹਾਨੂੰ ਦੱਸਾਂਗਾ ਪਰਹੇਜ਼ ਨਹੀਂ, ਤੁਸੀਂ ਵਿਹਾਰ ਨੂੰ ਬਦਲਣਾ ਹੈ। ਤੁਸੀਂ ਆਹਾਰ ਦੀ ਗੱਲ ਬਹੁਤ ਸੁਣ ਲਈ ਹੈ, ਪਰ ਮੈਂ ਕਹਿੰਦਾ ਤੁਸੀਂ ਵਿਚਾਰ ਤੇ ਵਿਹਾਰ ਤੇ ਧਿਆਨ ਦਿਓ, ਵਿਚਾਰ ਤੇ ਵਿਵਹਾਰ ਤੇ ਧਿਆਨ ਦਿਓ। ਯਾਨੀ ਵਿਹਾਰ ਤੇ ਧਿਆਨ ਦਿਓਗੇ ਤਾਂ ਤੁਸੀਂ ਬਹੁਤ ਛੇਤੀ ਹੀ ਬਿਮਾਰੀਆਂ ਤੋਂ ਬਾਹਰ, ਤੁਹਾਡੇ ਅਜ਼ੀਜ਼ ਇਸ ਗੱਲ ਨੂੰ ਸਮਝ ਗਏ, ਉਹ ਹਰ ਤਰੀਕੇ ਨਾਲ 100% ਇਸ ਚੋਂ ਬਾਹਰ ਆ ਜਾਣਗੇ। ਹੁਣ ਸਮਝਣਾ ਹੋਵੇਗਾ ਕਿ ਜਿਹੜੇ 5 ਸਿਸਟਮ ਨੇ, ਪੰਜਾਂ ਦੇ ਵਿੱਚੋਂ ਜਿਹੜਾ ਦਿਮਾਗ ਹੈ, ਜਦ ਇਹਦੇ 'ਚ ਕੋਈ ਵਿਚਾਰ ਆਏਗਾ ਤਾਂ ਉਹਦਾ ਕਿੰਨਾ ਛੇਤੀ ਹਾਰਟ ਤੇ ਅਸਰ ਆਏਗਾ। ਤੁਸੀਂ ਸੋਚ ਕੇ ਦੇਖ ਲਿਓ, ਕੋਈ ਘਬਰਾਹਟ ਵਾਲੀ ਗੱਲ ਸੋਚੋ ਜਿਹੜੀ ਤੁਹਾਡੇ ਲਈ ਫਿਕਰ ਵਾਲੀ ਹੋਵੇ, ਤੁਹਾਡੇ ਦਿਲ ਦੀ ਧੜਕਣ ਨਾਲ ਦੀ ਨਾਲ ਤੇਜ਼ ਹੋ ਜਾਏਗੀ। ਅਗਰ ਕੋਈ ਲਗਾਤਾਰ ਇਸ ਤਰੀਕੇ ਦੇ ਨਾਲ ਆਪਣੇ ਵਿਚਾਰਾਂ ਨਾਲ ਸੋਚ ਕੇ ਦਿਲ ਦੀ ਧੜਕਣ ਨੂੰ ਵਾਰ-ਵਾਰ ਬਦਲਦਾ ਰਿਹਾ ਤੇ ਹਾਰਟ ਦੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਏਗਾ। ਦਿਲ ਦੀ ਧੜਕਣ ਵੱਧ ਜਾਂ ਘਟ ਰਹਿਣ ਲੱਗ ਜਾਏਗੀ, ਜਾਂ ਐਕਟੋਪਿਕ ਆਉਣ ਲੱਗ ਜਾਣਗੀਆਂ, ਬ੍ਰੈਡੀਕਾਰਡੀਆ ਹੋ ਜੇ, ਟੈਕੀਕਾਰਡੀਆ ਹੋ ਜੇ, ਉਹਦਾ ਸਾਈਜ਼ ਜਿਹੜਾ ਹੈ ਉਹ ਵੱਧ ਘਟ ਜਾਵੇ। ਇਹ ਸਮੱਸਿਆਵਾਂ ਜਿਹੜੀਆਂ ਨੇ ਉਹਨੂੰ ਆਉਣਗੀਆਂ। ਹੁਣ ਉਹਨੇ ਕੀਤਾ ਕੀ ਹੈ? ਖਾਧਾ ਤੇ ਕੁਝ ਨਹੀਂ ਨਾ, ਖਾਧੇ ਦਾ ਅਸਰ ਕੁਝ ਘੰਟਿਆਂ ਬਾਅਦ ਆਉਂਦਾ ਹੈ, ਪਰ ਸੋਚੇ ਦਾ ਅਸਰ ਸਕਿੰਟ ਵਿੱਚ, 1 ਸਕਿੰਟ ਦੇ 60ਵੇਂ ਹਿੱਸੇ ਵਿੱਚ ਵੀ ਅਸਰ ਆਏਗਾ। ਤਾਂ ਫਿਰ ਕੀ ਹੋਇਆ? ਅਸਰ ਦਿਮਾਗ ਦਾ ਅਸਰ ਕਿੱਥੇ ਗਿਆ? ਹਾਰਟ ਤੇ। ਹਾਰਟ ਦਾ ਅਸਰ ਜਿਹੜਾ ਹੈ ਉਹ ਤੁਹਾਡੇ ਪੇਟ ਤੇ ਪਵੇਗਾ। ਜਿੱਦਾਂ ਕਿਸੇ ਬੰਦੇ ਨੇ ਚਿੰਤਾ ਕੀਤੀ, ਉਹਦੀ ਭੁੱਖ ਵੱਧ ਘਟ ਜਾਏਗੀ, ਯਾਨੀ ਕਿ ਜਿਹੜੀ ਪੇਟ ਦੀ, ਜਿਗਰ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੋ ਜਾਏਗੀ। ਸਾਹ ਦੇ ਉੱਤੇ ਅਸਰ ਪਾਏਗਾ, ਉਹਦੇ ਸਾਹ ਤੇਜ਼ ਹੋ ਜਾਣਗੇ, ਘਬਰਾਹਟ ਹੋਏਗੀ, ਪਸੀਨਾ ਹੋਏਗਾ, ਕਿਡਨੀ ਤੇ ਅਸਰ ਹੋਏਗਾ। 5 ਤਰ੍ਹਾਂ ਦੇ ਉਹਦੇ ਅਸਰ ਆਉਂਦੇ ਨੇ 5 ਜਗ੍ਹਾ ਤੇ, ਜੋ ਬਹੁਤ ਇੰਪੋਰਟੈਂਟ ਹੈ। ਸੋ ਅਸੀਂ ਕਰਨਾ ਕੀ ਹੈ, ਕਿਉਂਕਿ 5 ਇਹ ਆਰਗਨ ਵਾਈਟਲ ਆਰਗਨ ਨੇ। ਹੁਣ ਸਮਝਿਆ ਜੇ ਕੁਦਰਤ ਦਾ ਖੇਲ ਕੀ ਹੈ। ਤੁਹਾਡੇ ਕੋਲੇ 5 ਤੱਤਾਂ ਦਾ ਸਰੀਰ ਹੈ, ਪੰਚ ਪ੍ਰਧਾਨ ਸਮਾਜ ਦੀ ਗੱਲ ਕਰਦੇ ਆ ਤਾਂ 5 ਹੀ ਤੁਹਾਡੇ ਦੁਸ਼ਮਣ ਨੇ। ਸਰੀਰ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਹੀ ਤੁਸੀਂ ਤੱਤਾਂ ਤੋਂ ਬਣੇ ਹੋ। ਹਵਾ, ਮਿੱਟੀ ਆਦਿਕ ਵਗੈਰਾ ਜਿਹੜੇ 5 ਨੇ ਸਾਡੇ ਕੋਲੇ, ਉਹ 5 ਤੋਂ। ਔਰ ਇਹ ਇੱਥੇ ਵੀ 5 ਤੁਹਾਡੇ ਕੋਲੇ ਆਰਗਨ ਨੇ, ਜਿਹਨਾਂ 'ਚ ਖਰਾਬੀ ਆ ਜਾਵੇ ਤੇ ਬਹੁਤ ਮੁਸ਼ਕਿਲ ਹੈ ਬਚਣਾ। ਤਾਂ ਇਸ ਤਰੀਕੇ ਨਾਲ ਇਹਨਾਂ 5 ਨੂੰ ਸਾਂਭ ਕੇ ਰੱਖਣਾ ਜ਼ਰੂਰੀ ਹੈ। ਇਹਨਾਂ ਤੇ ਧਿਆਨ ਦਿਓਗੇ, ਇਹਨਾਂ ਤੇ ਸਭ ਤੋਂ ਵੱਧ ਅਸਰ ਆਉਂਦਾ ਹੈ ਤੁਹਾਡੇ ਵਿਚਾਰਾਂ ਦਾ। ਤਾਂ ਅਸੀਂ ਕੀ ਹੈ ਕਿ ਆਹਾਰ ਤਾਂ ਬਦਲਦੇ ਰਹਿ ਗਏ, ਲੇਕਿਨ ਵਿਚਾਰ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਜਿੰਨਾ ਚਿਰ ਤੁਸੀਂ ਵਿਚਾਰ ਨਹੀਂ ਬਦਲਦੇ, ਤੁਸੀਂ ਠੀਕ ਨਹੀਂ ਹੋ ਸਕਦੇ। ਮੈਂ ਦੇਖਦਾ ਮੇਰੇ ਪੇਸ਼ੈਂਟਸ ਦੇ ਵਿੱਚ, ਮੈਂ ਸਟੱਡੀ ਕਰਕੇ ਦੇਖਿਆ ਕਿ ਬਹੁਤਾਤ ਪੇਸ਼ੈਂਟਸ ਨੂੰ ਇਦਾਂ ਲੱਗਦਾ ਹੈ, ਸਰੀਰਕ ਰੋਗ ਨੂੰ ਇਹ ਸਮਝਦੇ ਨੇ ਕਿ ਸਾਨੂੰ ਕਿਸੇ ਨੇ ਕੁਝ ਕਰਤਾ, ਯਾਨੀ ਕਿ ਕਿਸੇ ਨੇ ਉਹਨਾਂ ਨੂੰ ਕੋਈ ਬਿਮਾਰੀ, ਕਿਸੇ ਜਾਦੂ ਮੰਤਰ ਟੂਣੇ ਦੁਬਾਰਾ ਦੇ ਦਿੱਤੀ ਗਈ ਹੈ। ਅਗਰ ਇਸ ਵਿਚਾਰ ਨੂੰ ਕਿਸੇ ਨੇ ਪਾਲ ਲਿਆ, ਉਹਦੇ ਤੇ ਜਿੰਨਾ ਚਿਰ ਤੁਸੀਂ ਇਸ ਗੱਲ ਨੂੰ ਸਮਝ ਕੇ ਉਹਦਾ ਟ੍ਰੀਟ ਨਹੀਂ ਕਰੋਗੇ, ਕਦੇ ਵੀ ਉਹ ਪੇਸ਼ੈਂਟ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋਏਗਾ। ਅਗਰ ਤੁਸੀਂ ਇਸ ਗੱਲ ਨੂੰ ਪਕੜ ਲੈਂਦੇ ਹੋ, ਮੈਂ ਮੇਰੇ ਪੇਸ਼ੈਂਟਸ ਨੂੰ ਸਦਾ ਹੀ, ਚਾਹੇ ਉਹ ਧਾਰਮਿਕ ਪੁਰਸ਼ ਹੋਵੇ, ਲੇਡੀਜ਼ ਹੋਵੇ, ਜੈਂਟਸ ਹੋਵੇ, ਕਰੋਨਿਕ ਕੇਸ ਜਦੋਂ ਮੇਰੇ ਕੋਲੇ ਆਏਗਾ ਤੇ ਜ਼ਿਆਦਾਤਰ ਜਿਹੜੇ ਦਰਦਾਂ ਦੇ ਪੇਸ਼ੈਂਟਸ ਨੇ, ਜਿਨ੍ਹਾਂ ਦੇ ਹੱਡ ਪੈਰ ਦਰਦ ਰਹਿੰਦੇ ਆ, ਸੁੱਤਿਆਂ ਸਰੀਰ ਜੁੜ ਜਾਂਦਾ ਹੈ, ਮੈਂ ਉਹਨਾਂ ਨੂੰ ਪਹਿਲਾ ਸਵਾਲ ਕਰਦਾ ਹੁੰਨਾ ਕਿ ਤੁਸੀਂ ਕਿਤੇ ਇਹ ਤਾਂ ਨਹੀਂ ਸੋਚਣਾ ਸ਼ੁਰੂ ਕਰ ਦਿੱਤਾ ਵੀ ਮੈਨੂੰ ਕਿਸੇ ਨੇ ਕੁਝ ਕਰਤਾ ਹੈ? ਜੇ ਹੈ ਤੇ ਮੈਨੂੰ ਜ਼ਰੂਰ ਦੱਸਿਆ ਜੇ, ਮੈਂ ਇਹਦਾ ਟ੍ਰੀਟ ਕਰਾਂਗਾ, ਬਹੁਤ ਜਲਦ ਇਸ ਚੀਜ਼ ਚੋਂ ਬਾਹਰ ਆਉਂਗੇ, ਇੱਕ ਬਹੁਤ ਵਧੀਆ ਮੈਨੂੰ ਸਿੰਪਟਮ ਮਿਲ ਜੂਗਾ। ਤਾਂ ਇਸ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਦਾ ਬੜਾ ਧਿਆਨ ਰੱਖਣਾ ਹੈ। ਜੇ ਤੁਹਾਡੇ ਦਿਮਾਗ 'ਚ ਇਹ ਗੱਲ ਘਰ ਕਰ ਗਈ ਹੈ ਤਾਂ ਤੁਸੀਂ ਇਹਦਾ ਟ੍ਰੀਟ ਕਰੋਗੇ, ਇਹਨੂੰ ਬਾਹਰ ਕੱਢੋਗੇ ਜਾਂ ਕਢਵਾਓਗੇ। ਹੁਣ ਅਗਰ ਤੁਸੀਂ ਜੈਲਸੀ ਰੱਖਦੇ ਹੋ, ਨਫ਼ਰਤ ਰੱਖਦੇ ਹੋ ਕਿਸੇ ਤੋਂ, ਲਓ ਮੈਂ ਤੁਹਾਨੂੰ ਉਦਾਹਰਨ ਦਿੰਦਾ, ਤੁਸੀਂ ਜ਼ਿਮੀਂਦਾਰ ਭਰਾ ਜੇ, ਤੁਸੀਂ ਖੇਤ ਗੇੜਾ ਮਾਰਨਗੇ, ਤੁਹਾਡੀ ਫਸਲ ਕਮਜ਼ੋਰ ਹੈ, ਤੁਹਾਡੇ ਗੁਆਂਢੀ ਦੀ ਅੱਛੀ ਹੈ। ਅਗਰ ਤੁਸੀਂ ਜੈਲਸੀ ਕੀਤੀ, ਉਸ ਫਸਲ ਨੂੰ ਕੁਝ ਨਹੀਂ ਪੈਣਾ। ਜੇ ਤੁਸੀਂ ਰੱਬ ਦੇ ਨਿਯਮ, ਕਾਇਦੇ, ਕਾਨੂੰਨ ਦੇ ਮੁਤਾਬਕ ਸੋਚੋ ਤੇ ਦੇਣ ਵਾਲਾ ਪ੍ਰਮਾਤਮਾ ਹੈ, ਪ੍ਰਮਾਤਮਾ ਵੀ ਤੁਹਾਡੇ ਤੇ ਰਸਕ ਕਰੇਗਾ ਕਿ ਦੇਖੋ ਮੈਂ ਦੇਣ ਵਾਲਾ, ਮੈਂ ਇਹਨੂੰ ਇਹਦੇ ਮੁਤਾਬਕ ਦਿੱਤੀ, ਉਹਨੂੰ ਉਹਦੇ ਮੁਤਾਬਕ ਦਿੱਤੀ ਹੈ, ਲੇਕਿਨ ਇਹਨੂੰ ਜੈਲਸੀ ਹੋ ਰਹੀ ਹੈ। ਤਾਂ ਹੋ ਸਕਦਾ ਤੁਹਾਡਾ ਸਰੀਰਕ ਤੌਰ ਤੇ ਵੀ ਨੁਕਸਾਨ ਹੋਵੇ ਤੇ ਤੁਹਾਡਾ ਆਰਥਿਕ ਤੌਰ ਤੇ ਵੀ ਨੁਕਸਾਨ ਜਿਹੜਾ ਹੋਰ ਵੱਧ ਜੇ, ਕਿਉਂਕਿ ਰੱਬ ਕਿਸੇ ਤੇ, ਸੜਨ ਵਾਲਿਆਂ ਤੇ ਕਦੇ ਵੀ ਖੁਸ਼ ਨਹੀਂ ਹੁੰਦਾ। ਤੁਹਾਡੇ ਤੋਂ ਕੋਈ ਜ਼ਿਆਦਾ ਤਰੱਕੀ ਕਰ ਗਿਆ ਤਾਂ ਉਹਦੇ ਤੁਸੀਂ ਜੈਲਸੀ ਕਦੇ ਨਹੀਂ ਕਰਨੀ। ਦੂਸਰਾ, ਨਫ਼ਰਤ, ਚਾਹੇ ਤੁਹਾਡੇ ਨਾਲ ਕਿਸੇ ਦੀ ਬਣਦੀ ਹੈ
ਤੇ ਚਾਹੇ ਤੁਹਾਡੇ ਨਾਲ ਕਿਸੇ ਦੀ ਨਹੀਂ ਬਣਦੀ, ਚਾਹੇ ਕੋਈ ਤੁਹਾਡਾ ਦੁਸ਼ਮਣ ਹੈ, ਤੁਸੀਂ ਉਹਦੇ ਬਾਰੇ ਚਿੰਤਨ ਨਹੀਂ ਕਰਨਾ, ਤੁਸੀਂ ਉਹਦੇ ਬਾਰੇ ਸੋਚਣਾ ਹੀ ਨਹੀਂ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਹੱਲ ਦਿੱਤਾ ਹਰ ਚੀਜ਼ ਦਾ, ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਹੈ, ਇਹਨਾਂ ਦਾ ਹੱਲ ਹੈ ਸਰਬੱਤ ਦਾ ਭਲਾ, ਸਾਰਿਆਂ ਦਾ ਭਲਾ। ਉਹਦੇ 'ਚ ਤੁਹਾਡੇ ਨਾਮ ਬਣਨ ਵਾਲੇ, ਤੁਹਾਡੇ ਸ਼ੁਕਰਗੁਜ਼ਾਰ ਨਹੀਂ, ਤੁਹਾਡੇ ਤੇ ਔਖੇ ਹੋਣ ਵਾਲੇ, ਤੁਹਾਡੇ ਨਿੰਦਕ, ਸਾਰੇ ਜਿਨ੍ਹਾਂ ਨਾਲ ਤੁਹਾਡਾ ਅੱਛਾ ਵਿਹਾਰ ਨਹੀਂ ਹੈ, ਬੋਲਚਾਲ ਬੰਦ ਹੈ, ਕਦੇ ਵੀ ਉਹਨਾਂ ਦੀਆਂ ਫੋਟੋਆਂ ਸਾਹਮਣੇ ਲਿਆ ਕੇ, ਉਹਨਾਂ ਦੇ ਸੀਨ ਅੱਗੇ ਲਿਆ ਕੇ ਨਫ਼ਰਤ ਨਾ ਕਰਿਆ ਕਰੋ, ਤੁਸੀਂ ਕਦੇ ਵੀ ਠੀਕ ਨਹੀਂ ਹੋ ਸਕੋਗੇ। ਅਗਲੀ ਗੱਲ, ਗੁੱਸਾ ਹਰ ਬੰਦੇ ਨੂੰ ਅੱਜ ਕੱਲ੍ਹ ਆ ਰਿਹਾ, ਹਰ ਬੰਦਾ ਗੁੱਸਾ ਕਰਦਾ ਹੈ, ਪਰ ਜੇ ਗੁੱਸਾ ਆ ਵੀ ਜਾਂਦਾ ਹੈ, ਕੰਟਰੋਲ ਕਰਿਆ ਕਰੋ, ਨਾ ਆਵੇ ਪਰ ਆ ਜਾਵੇ ਤਾਂ ਇਹਨੂੰ ਬਹੁਤ ਛੇਤੀ ਦਫਾ ਕਰਿਆ ਕਰੋ, ਕਿਉਂਕਿ ਬਾਬਾ ਫਰੀਦ ਜੀ ਕੀ ਕਹਿੰਦੇ ਆ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਝ ਪਾਏ। ਕਹਿਣ ਦਾ ਮਤਲਬ ਬਾਬਾ ਫਰੀਦ ਜੀ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਅਗਰ ਗੁੱਸਾ ਆਇਆ, ਗੁੱਸਾ ਖਾਦਾ, ਖਾਣ ਦਾ ਮਤਲਬ ਹੁੰਦਾ ਹੈ ਅਸੀਂ ਗੁੱਸਾ ਪੀਂਦੇ ਨਹੀਂ, ਗੁੱਸਾ ਖਾਂਦੇ ਆ। ਜਦੋਂ ਅਸੀਂ ਖਾ ਲਿਆ ਉਹ ਅੰਦਰ ਜਾਣਾ ਹੈ, ਤੇ ਅੰਦਰ ਜਾ ਕੇ ਉਹਨੇ ਕੀ ਕਰਨਾ, ਰੋਗ ਪੈਦਾ ਕਰਨੇ। ਤੇ ਬਾਬਾ ਫਰੀਦ ਜੀ ਕਹਿੰਦੇ ਆ ਤੂੰ ਗੁੱਸਾ ਨਹੀਂ ਕਰਨਾ, ਗੁੱਸਾ ਨਹੀਂ ਕਰੇਗਾ ਫਿਰ ਰੋਗ ਨਹੀਂ ਲੱਗੇਗਾ। ਅਗਲਾ, ਦੁੱਖ। ਬੰਦਾ ਬੈਠਾ ਬੈਠਾ ਸੋਚਦਾ ਮੈਨੂੰ ਦੁੱਖ ਨੇ, ਤਕਲੀਫਾਂ ਨੇ। ਦੇਖੋ, ਸੋਚੋ ਤੁਸੀਂ, ਤੁਹਾਡੇ ਸਰੀਰ ਦੇ ਵਿੱਚ 1 2 ਜਾਂ 3 ਦੁੱਖ ਹੋ ਸਕਦੇ ਆ, 3 ਰੋਗ ਹੋ ਸਕਦੇ ਆ, 1 ਵੀ ਹੋ ਸਕਦਾ, 2 ਵੀ, 3 ਵੀ, ਬਟ ਤੁਹਾਨੂੰ ਸੁੱਖ ਹੋ ਸਕਦਾ 1 2 3 ਨੂੰ ਇਕੱਠਾ ਜੋੜ ਦੀ 123। ਹੁਣ ਤੁਸੀਂ ਧਿਆਨ ਕਿੱਥੇ ਦਿੰਦੇ ਹੋ? 1 2 3 ਦੁੱਖਾਂ ਤੇ। ਸੁੱਖ ਕਿੰਨੇ ਨੇ ਤੁਹਾਨੂੰ? 123, 150 ਵੀ ਹੋ ਸਕਦੇ ਆ, 500 ਸੁੱਖ ਹੋ ਸਕਦੇ ਤੁਹਾਨੂੰ, ਪਰ ਤੁਸੀਂ ਸੁੱਖਾਂ ਤੇ ਧਿਆਨ ਨਹੀਂ ਦਿੰਦੇ, ਇਸ ਲਈ ਫਿਰ ਤੁਸੀਂ ਹੋਰ ਦੁਖੀ ਹੋ ਜਾਂਦੇ ਹੋ। ਫਿਰ ਇੱਕ ਹੋਰ ਵਿਚਾਰ ਦੱਸਾਂ ਤੁਹਾਨੂੰ, ਜਿਹੜਾ ਤੁਹਾਨੂੰ ਬਹੁਤ ਪਰੇਸ਼ਾਨ ਕਰਦਾ ਹੈ, ਜਿਹੜੇ ਖਾਸ ਕਰਕੇ ਬਿਮਾਰ ਨੇ, ਉਹ ਜਦੋਂ ਵੀ ਕੋਈ ਦਵਾਈ ਲੈਣਗੇ, ਦਵਾਈ ਨੂੰ ਪੜ੍ਹ ਕੇ, ਦੇਖ ਕੇ, ਇੱਧਰ ਉੱਧਰ ਵੇਖ ਕੇ, ਉਹਦੀ ਸ਼ਕਲ ਵੇਖ ਕੇ ਦਵਾਈ ਦਾ ਜਿਹੜਾ ਹੈ ਉਹ ਸੋਚਦੇ ਨੇ ਵੀ ਮੈਂ ਇਹਦੇ ਨਾਲ ਠੀਕ ਹੋਵਾਂਗਾ ਜਾਂ ਨਹੀਂ। ਬਹੁਤ ਸਾਰੇ ਪੇਸ਼ੈਂਟਸ ਕੀ ਕਰਦੇ ਨੇ, ਦਵਾਈ ਨੂੰ ਵੇਖਦੇ ਆ, ਮੈਂ ਤਾਂ ਇਹਦੇ ਨਾਲ ਠੀਕ ਨਹੀਂ ਹੋਣਾ। ਜਦੋਂ ਤੁਸੀਂ ਆਪਣੀ ਉਸ ਹੌਪ ਨੂੰ ਹੀ ਖਤਮ ਕਰ ਲਿਆ, ਤੁਸੀਂ ਹੌਪਲੈਸ ਹੋ ਗਏ, ਤੁਸੀਂ ਆਸ ਨੂੰ ਖਤਮ ਕਰ ਲਿਆ, ਤੁਸੀਂ ਕਿੱਦਾਂ ਠੀਕ ਹੋ ਸਕਦੇ ਹੋ? ਦੇਖੋ, ਹੋਮਿਓਪੈਥੀ ਦਾ ਰੂਲ ਹੈ, ਬਹੁਤ ਸਾਰੇ ਪੇਸ਼ੈਂਟਸ ਨੂੰ ਕੁਝ ਦਵਾਈਆਂ ਦੇਣ ਤੋਂ ਬਾਅਦ ਪਲਾਸੀਬੋ ਦਿੱਤਾ ਜਾਂਦਾ, ਪੀਐਲ। ਜਿੰਨੀ ਦੁਨੀਆ ਦੀਆਂ ਖੋਜਾਂ ਨੇ ਸਾਰੀਆਂ ਵਿੱਚ ਦਵਾਈ ਦਿੱਤੀ ਜਾਂਦੀ ਹੈ, ਪਰ ਉਹਦੇ ਨਾਲ ਕੁਝ ਪੇਸ਼ੈਂਟਸ ਨੂੰ ਸਿਰਫ ਪੀਐਲ ਦਿੱਤਾ ਜਾਂਦਾ ਹੈ, ਪਲਾਸੀਬੋ ਦਿੱਤਾ ਜਾਂਦਾ, ਖਾਲੀ ਦਵਾਈ ਹੁੰਦੀ ਹੈ, ਦਵਾਈ ਕੋਈ ਨਹੀਂ ਹੁੰਦੀ। ਦੇਖਿਆ ਜਾਂਦਾ ਹੈ ਕਿ ਦਵਾਈ ਨਾਲ ਪੇਸ਼ੈਂਟਸ ਠੀਕ ਹੋ ਰਿਹਾ ਜਾਂ ਪਲਾਸੀਬੋ ਨਾਲ ਠੀਕ ਹੋ ਰਿਹਾ। ਫਿਰ ਦੇਖਿਆ ਜਾਂਦਾ ਉਸ ਰੇਸ਼ੀਓ ਨੂੰ, ਐਨੇ ਪੇਸ਼ੈਂਟ ਨੂੰ ਪਲਾਸੀਬੋ ਦਿੱਤੀ, ਐਨੇ ਨੂੰ ਦਵਾਈ ਦਿੱਤੀ, ਇਹਨਾਂ ਚ ਕੌਣ ਠੀਕ ਸੀ, ਕਿੱਦਾਂ ਠੀਕ ਸੀ। ਕੁਝ ਲੋਕ ਤੇ ਇਹ ਸੋਚ ਕੇ ਠੀਕ ਹੋ ਜਾਂਦੇ ਅਸੀਂ ਦਵਾਈ ਖਾਧੀ ਆ, ਤਾਂ ਉਹ ਪਲਾਸੀਬੋ ਦਾ ਅਸਰ ਵੇਖਿਆ ਜਾਂਦਾ ਹੈ। ਅਗਰ ਤੁਸੀਂ ਹੌਪ ਕਰਕੇ, ਆਸ ਕਰਕੇ ਕਿ ਇਹ ਦਵਾਈ ਨਾਲ ਮੈਂ ਠੀਕ ਹੋ ਜਾਊਂਗਾ, ਹੋ ਸਕਦਾ ਤੁਹਾਨੂੰ ਦਵਾਈਆਂ ਜ਼ਿਆਦਾ ਅਸਰ ਕਰ ਜਾਣ, ਤਾਂ ਫਿਰ ਇਸ ਚੀਜ਼ ਤੇ ਤੁਸੀਂ ਧਿਆਨ ਦੇਣਾ ਹੈ। ਦੂਜਾ, ਝੂਠ ਬੋਲਣਾ। ਮੈਂ ਕਹਿੰਦਾ ਕਿ ਗੁਰੂ ਸਾਹਿਬ ਨੇ ਐਵੇਂ ਨਹੀਂ ਆਖਿਆ ਕਿ ਤੁਸੀਂ ਝੂਠ ਕਦੇ ਹੀ ਨਹੀਂ ਬੋਲਣਾ। ਬੋਲੀਏ ਸੱਚ, ਝੂਠ ਨਾ ਬੋਲੀਏ। ਜਿਹੜਾ ਝੂਠ ਬੋਲਣਾ ਹੈ ਤੁਹਾਨੂੰ ਰੋਗੀ ਕਰੇਗਾ। ਜਿਹੜੀ ਤੁਸੀਂ ਨਿੰਦਾ ਕਰਦੇ ਹੋ ਦਿਨ ਰਾਤ ਬਗਾਨਿਆਂ ਦੀ, ਅਗਰ ਤੁਸੀਂ ਰੋਗੀ ਹੋ, ਮੈਂ ਕਹਿੰਦਾ ਇਹਨਾਂ ਚੀਜ਼ਾਂ ਤੇ ਧਿਆਨ ਦਿਓ। ਤੁਸੀਂ ਗੱਲ ਹੀ ਨਾ ਕਰੋ ਜਿਸ 'ਚ ਤੁਹਾਨੂੰ ਝੂਠ ਬੋਲਣਾ ਪੈਂਦਾ। ਤੁਸੀਂ ਸੱਚੀ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ, ਨਾ ਦੱਸੋ, ਤੁਹਾਡਾ ਬੋਲਣਾ ਜ਼ਰੂਰੀ ਹੈ। ਤੁਸੀਂ ਚੁੱਪ ਦਾ ਦਾਨ ਬਖਸ਼ੋ, ਤੁਸੀਂ ਚੁੱਪ ਕਰ ਜਾਓ। ਝੂਠ ਬੋਲ ਕੇ ਆਪਣੇ ਆਪ ਨੂੰ ਕਦੇ ਵੀ ਬਿਮਾਰ ਨਹੀਂ ਕਰਨਾ। ਦੂਜਿਆਂ ਦੀ ਨਿੰਦਾ ਤੋਂ ਬਚਣਾ ਹੈ। ਜਿੰਨੀ ਨਿੰਦਾ ਕਰੋਗੇ, ਨਿੰਦਾ ਬਾਰੇ ਵੀ, ਨਿੰਦਾ ਭਲੀ ਕਿਸੇ ਕੀ ਨਹੀਂ, ਨਿੰਦਾ ਕਿਸੇ ਦੀ ਵੀ ਭਲੀ ਨਹੀਂ ਹੈ। ਇਹਦੇ ਤੋਂ ਵੀ ਬਚਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਤੁਹਾਡਾ ਸਰੀਰ ਠੀਕ ਹੋ ਜਾਏਗਾ। ਆਲਸ, ਕੰਮ ਤੁਹਾਡਾ ਕਰਨ ਵਾਲਾ ਪਿਆ, ਸਵੇਰੇ ਕਰਾਂਗੇ, ਸ਼ਾਮ ਨੂੰ ਕਰਾਂਗੇ, ਇਹ ਵੀ ਤੁਹਾਨੂੰ ਬਿਮਾਰ ਕਰਦਾ ਹੈ। ਜਿਹੜੇ ਕੰਮ ਕਰਨ ਵਾਲੇ ਨਹੀਂ ਉਹਨਾਂ ਨੂੰ ਨਿਬੇੜੋ, ਉਹਨਾਂ ਦਾ ਭਾਰ ਵੀ ਤੁਹਾਡੇ ਕਰਜ਼ਾ ਦਿਮਾਗ ਤੇ ਬੋਝ ਪਾਉਂਦਾ ਹੈ, ਇਸ ਲਈ ਤੁਹਾਨੂੰ ਬਿਮਾਰ ਕਰਦਾ ਹੈ ਆਤਮਿਕ ਤੌਰ ਤੇ। ਤੁਸੀਂ ਜਿੰਨਾ ਚਿਰ ਆਤਮਿਕ ਤੌਰ ਤੇ ਬਲਵਾਨ ਨਹੀਂ ਹੁੰਦੇ, ਸਰੀਰਕ ਤੌਰ ਤੇ ਬਲਵਾਨ ਕਦੇ ਹੀ ਨਹੀਂ ਹੋ ਸਕਦੇ। ਅਗਰ ਤੁਸੀਂ ਕਿਸੇ ਨਾਲ ਹੇਰਾਫੇਰੀ ਕਰਦੇ ਹੋ, ਤੁਸੀਂ ਸੋਚਦੇ ਮੈਂ ਜ਼ਿਆਦਾ ਚਲਾਕ ਹਾਂ ਤੇ ਮੈਂ ਕਿਸੇ ਦੇ ਪਕੜ ਵਿੱਚ ਨਹੀਂ ਆ ਸਕਦਾ, ਨਹੀਂ। ਇਸ ਝੂਠ ਦੇ ਵਿੱਚ, ਜਾਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਿਆ ਜੇ। ਸਾਰੀ ਦੁਨੀਆ ਸਿਆਣੀ ਹੈ ਔਰ ਸਾਰੇ ਹੀ ਆਪਣੇ ਘਰ ਬੈਠ ਕੇ ਖਾਣਾ ਖਾਂਦੇ ਨੇ, ਅਕਲ ਨਾਲ ਸੋਚਦੇ ਨੇ। ਜੋ ਤੁਸੀਂ ਹੋ, ਸ਼ਾਇਦ ਤੁਸੀਂ ਆਪਣੇ ਬਾਰੇ ਉਹਨਾਂ ਨਹੀਂ ਜਾਣਦੇ ਜਿੰਨਾ ਤੁਹਾਡੇ ਬਾਰੇ ਸਮਾਜ ਜਾਣਦਾ ਹੈ, ਤੁਹਾਡੇ ਘਰ ਦੇ ਜਾਣਦੇ ਨੇ। ਵੱਖਰੀ ਗੱਲ ਹੈ ਤੁਹਾਨੂੰ ਕੋਈ ਆ ਕੇ ਨਹੀਂ ਕਹਿੰਦਾ ਕਿ ਤੁਹਾਡੇ 'ਚ ਕਮੀ ਆ,
ਪਰ ਤੁਸੀਂ ਇਦਾਂ ਨਾ ਸੋਚਿਆ ਕਰੋ ਕਿ ਕੋਈ ਕੁਝ ਨਹੀਂ ਜਾਣਦਾ ਮੇਰੇ ਬਾਰੇ। ਤੁਹਾਡੀ ਹਰ ਚੀਜ਼ ਬਾਰੇ ਲੋਕਾਂ ਨੂੰ ਬਹੁਤ ਯਾਦ ਹੈ ਚੰਗੀ ਤਰ੍ਹਾਂ ਤੁਸੀਂ ਕੀ ਹੋ। ਬੰਦਾ ਭੁਲੇਖੇ ਵਿੱਚ ਹੀ ਜਿਉਂਦਾ ਆਪਣੀ ਉਮਰ ਪੂਰੀ ਕਰ ਲੈਂਦਾ ਹੈ ਕਿ ਮੈਂ ਲੋਕਾਂ ਨੂੰ ਕੁਝ ਹੋਰ ਬਣ ਕੇ ਵਿਖਾਵਾਂ। ਦੂਸਰਾ, ਅਸੀਂ ਬਹੁਤ ਜ਼ਿਆਦਾ ਕਾਹਲ ਕਰਦੇ ਹਾਂ, ਬਹੁਤ ਕਾਹਲੇ ਹੁੰਨੇ ਆ, ਹਰ ਕੰਮ ਦੀ ਛੇਤੀ ਸਿੱਧੀ ਪ੍ਰਾਪਤੀ ਹੋ ਜਾਏ, ਸਾਨੂੰ ਛੇਤੀ ਕੰਮ ਸਾਡਾ ਹੋ ਜਾਏ, ਸਭ ਤੋਂ ਪਹਿਲਾਂ ਹੋ ਜਾਏ। ਤੇ ਇਸ ਕਾਹਲ ਦੇ ਵਿੱਚ ਵੀ ਬੰਦਾ ਬਹੁਤ ਜ਼ਿਆਦਾ ਇੰਪੇਸ਼ਿਸ ਹੋ ਜਾਂਦਾ ਔਰ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਦੇਖਿਓ, ਧਿਆਨ ਕਰਿਓ, ਸਮੇਂ ਤੋਂ ਪਹਿਲਾਂ ਤੁਹਾਨੂੰ ਕੁਝ ਨਹੀਂ ਮਿਲਣਾ। ਹਰ ਚੀਜ਼ ਦਾ ਇੱਕ ਸਮਾਂ ਹੈ। ਦੂਜਾ, ਮੁੱਕਰਨਾ। ਕਿਸੇ ਚੀਜ਼ ਲਈ ਤੁਸੀਂ 1 2 4 ਥਾਵਾਂ ਤੇ ਮੁੱਕਰ ਸਕਦੇ ਹੋ। ਮੈਂ ਕਹਿੰਦਾ ਕਿ ਪਹਿਲਾਂ ਤਾਂ ਬੰਦਾ ਰੱਬ ਦਾ ਸ਼ੁਕਰ ਹੀ ਨਹੀਂ ਕਰਦਾ, ਮੁੱਕਰ ਜਾਂਦਾ ਕਿ ਮੈਨੂੰ ਤੂੰ ਕੁਝ ਦਿੱਤਾ ਹੈ, ਉਹਦਾ ਥੈਂਕਸ ਨਹੀਂ ਕਰਦਾ। ਉਹ ਸਮਾਜ ਦਾ ਕੀ ਥੈਂਕਸ ਕਰੇਗਾ। ਅਗਰ ਤੁਸੀਂ ਕਿਸੇ ਦਾ ਕੁਝ ਦੇਣਾ ਹੈ, ਅਗਰ ਤੁਸੀਂ ਨੀਤ ਧਾਰਨ ਕਰ ਲਈ ਕਿ ਮੈਂ ਕਿਸੇ ਦਾ ਜਿਹੜਾ ਹੈਗਾ ਉਹ ਚੁਕਾਉਣਾ ਹੈ, ਇੱਕ ਨਾ ਇੱਕ ਦਿਨ ਤੁਸੀਂ ਉਸ ਕਰਜ਼ੇ ਨੂੰ ਲਾਹ ਲਓਗੇ, ਭਾਵੇਂ ਕਿਤਨਾ ਹੀ ਵੱਡਾ ਨਾ ਹੋਵੇ। ਅਗਰ ਤੁਸੀਂ ਇਹ ਸੋਚ ਲਿਆ ਆਪਾਂ ਉਧਾਰ ਨਹੀਂ ਮੋੜਨਾ ਜਾਂ ਕਿਸੇ ਦਾ ਵਾਪਸ ਕੁਝ ਨਹੀਂ ਕਰਨਾ, ਤਾਂ ਤੁਸੀਂ ਕਿਸੇ ਦੀ 1 2 ਰੁਪਏ ਦੀ ਸੂਈ ਵੀ ਵਾਪਸ ਨਹੀਂ ਕਰ ਸਕੋਗੇ, ਕਿਉਂਕਿ ਤੁਹਾਡੀ ਉਹ ਨੀਅਤ ਵਿੱਚ ਨਹੀਂ ਹੈ। ਤਾਂ ਨੀਅਤ ਜਿਹੜੀ ਆ ਉਹ ਪ੍ਰਵਾਨ ਹੈ। ਜੋ ਨੀਅਤ ਹੈ ਨਾ, ਗੁਰੂ ਸਾਹਿਬ ਨੇ ਕਿਹਾ ਨਾ, ਘਰ ਬੈਠਿਆਂ ਸਾਹੇ ਮਿਲੇ ਜੇ ਨੀਅਤ ਰਾਸ ਕਰੇ। ਅਗਰ ਤੇਰੀ ਨੀਅਤ ਰਾਸ ਹੋ ਗਈ ਤੇ ਘਰ ਬੈਠਿਆਂ ਤੈਨੂੰ ਰੱਬ ਵੀ ਮਿਲ ਸਕਦਾ ਹੈ। ਬਿਮਾਰੀ ਤਾਂ ਛੋਟੀ ਜੀ ਚੀਜ਼ ਹੈ, ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ। ਕਈ ਵਾਰਾਂ ਦੁੱਖ ਤੇਰੇ ਲਈ ਦਾਰੂ ਬਣਦਾ ਹੈ। ਇਹ ਮਨੁੱਖ ਤੇਰੇ ਲਈ ਦੁੱਖ ਦਾਰੂ ਬਣਦਾ ਹੈ। ਕਿਵੇਂ? ਉਸ ਦੁੱਖ ਦੇ ਪਿੱਛੇ ਤੂੰ ਕਈ ਵਾਰਾ ਉਸ ਪਰਮਾਤਮਾ ਨੂੰ ਯਾਦ ਕਰਨਾ ਹੈ। ਤੇਰੇ ਆਪਣਿਆਂ ਦੇ ਪਰਿਆਂ ਦਾ ਵੀ ਤੈਨੂੰ ਪਤਾ ਚੱਲਦਾ ਕੌਣ ਤੇਰਾ ਹੈ ਤੇ ਕੌਣ ਬੇਗਾਨਾ ਹੈ, ਕੌਣ ਤੇਰੇ ਲਈ ਕੁਝ ਕਰ ਸਕਦਾ ਹੈ ਤੇ ਕੌਣ ਤੇਰੇ ਲਈ ਨਹੀਂ ਕਰ ਸਕਦਾ। ਤਾਂ ਸੁੱਖ ਦੁੱਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਤੇ ਸੁੱਖ ਦੋ ਕੱਪੜੇ ਨੇ। ਇਹਨਾਂ ਨੂੰ ਮਨੁੱਖ ਹਰ ਇੱਕ ਪਹਿਨ ਕੇ, ਜਿੱਦਾਂ ਅਸੀਂ ਕੱਪੜੇ ਅੱਜ ਕੋਈ ਹੋਰ ਪਾਏ ਨੇ, ਕੱਲ ਕੋਈ ਹੋਰ ਪਾਵਾਂਗੇ। ਇਸੇ ਤਰੀਕੇ ਨਾਲ ਸੁੱਖ ਤੇ ਦੁੱਖ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਤੇ ਜਾਂਦੇ ਰਹਿਣਗੇ। ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਸੁਣਾ ਕਰਕੇ ਇਸ ਵੀਡੀਓ ਨੂੰ ਸਮਾਪਤ ਕਰਾਂਗਾ। ਕੁਝ ਦਿਨ ਪਹਿਲਾਂ ਅਮਰੀਕਾ 'ਚ ਇੱਕ ਘਟਨਾ ਹੋਈ ਹੈ, ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਆ। ਇੱਕ ਪਰਿਵਾਰ ਇੱਕ ਜਹਾਜ਼ ਵਿੱਚ ਸਵਾਰ ਹੋਇਆ, ਐਮਾਜ਼ੋਨ ਦੇ ਸੰਘਣੇ ਹਨੇਰ ਭਰੇ ਜੰਗਲਾਂ ਵਿੱਚ ਉੱਤੋਂ ਦੀ ਗੁਜ਼ਰ ਰਿਹਾ। ਉਹਦੇ ਵਿੱਚ ਖਰਾਬੀ ਆਈ। ਉਹਨੇ ਆਪਣੇ ਪਿੱਛੇ ਹਵਾਈ ਅੱਡੇ ਨੂੰ ਸੂਚਿਤ ਕੀਤਾ ਕਿ ਮੇਰੇ ਜਿਹੜਾ ਜਹਾਜ਼ ਦਾ ਇੰਜਣ ਹੈ ਉਹ ਖਰਾਬ ਹੋ ਗਿਆ। ਬਸ ਇੱਦਾਂ ਕਹਿੰਦਿਆਂ ਹੀ ਉਹਦਾ ਸੰਪਰਕ ਜਿਹੜਾ ਹੈ ਉਹ ਪਿੱਛੇ ਹਵਾਈ ਅੱਡੇ ਨਾਲ ਜਿਹੜਾ ਹੈ ਉਹ ਰਡਾਰ ਨਾਲ ਟੁੱਟ ਗਿਆ। ਜਹਾਜ਼ ਕ੍ਰੈਸ਼ ਹੋ ਗਿਆ। ਲੱਭਣ ਲੱਗ ਪਏ। ਲੱਭਣ ਕੀ, ਬਹੁਤ ਗਹਿਰਾ ਜੰਗਲ ਹੈ, ਬਹੁਤ ਜ਼ਿਆਦਾ ਉੱਥੇ ਹਨੇਰਾ ਹੈ, ਇੰਨੀ ਕੁ ਬਹੁਤ ਜ਼ਿਆਦਾ, ਜਿਹਨੂੰ ਕਹਿੰਦੇ ਆ ਨਾ ਦੁਨੀਆ ਦਾ ਫੇਫੜੇ ਆ। ਉੱਥੇ ਆਕਸੀਜਨ ਜਿਹੜੀ ਆ ਧਰਤੀ ਤੇ ਆ, ਉਹ ਕਹਿੰਦੇ ਐਮਾਜ਼ੋਨ ਦੇ ਜੰਗਲਾਂ 'ਚ ਆਉਂਦੀ ਹੈ ਜ਼ਿਆਦਾਤਰ ਆਕਸੀਜਨ। ਇੰਨਾ ਉੱਥੇ ਸੰਘਣਾ ਦਰਖਤ ਹੈ। ਤਾਂ ਉੱਥੇ ਕੀ ਹੋਇਆ, ਬਹੁਤ ਦਿਨਾਂ ਬਾਅਦ 에ਅਰ ਫੋਰਸ ਨੇ ਉੱਥੋਂ ਦੀ ਨੇ ਉਸ ਮਲਬੇ ਨੂੰ ਲੱਭ ਲਿਆ ਕਿ ਜਹਾਜ਼ ਇੱਥੇ ਡਿੱਗਾ। ਜਦੋਂ ਉਸ ਜਹਾਜ਼ ਕੋਲੇ ਟੀਮ ਉਤਰੀ ਹੈ ਤੇ ਦੇਖਿਆ ਕਿ ਕੁਝ ਲਾਸ਼ਾਂ ਪਈਆਂ ਨੇ, 2-3 ਲਾਸ਼ਾਂ ਪਈਆਂ ਨੇ, ਲੇਕਿਨ ਉਹਨਾਂ ਦੇ ਨਾਲ 4 ਬੱਚੇ ਸੀ, ਜਿਨ੍ਹਾਂ ਚੋਂ ਇੱਕ 2 ਸਾਲ ਦਾ, ਇੱਕ 6-7 ਸਾਲ ਦਾ, ਇੱਕ 9 ਤੇ ਇੱਕ 13 ਸਾਲਾਂ ਦਾ। 4 ਬੱਚੇ ਉੱਥੇ ਨਹੀਂ ਨੇ। ਉਹ ਸੋਚਦੇ ਨੇ ਵੀ ਉਹਨਾਂ ਦੀਆਂ ਲਾਸ਼ਾਂ ਨਹੀਂ ਨੇ ਤੇ ਹੋ ਸਕਦਾ ਬੱਚੇ ਬਚ ਗਏ ਹੋਣ। ਹੁਣ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੱਭਣ ਦੀ। ਉਹਦੀ ਦਾਦੀ ਦਾ, ਜਿਹੜੇ ਬੱਚੇ ਸੀ ਉਹਨਾਂ ਦੀ ਦਾਦੀ ਦੀ ਆਵਾਜ਼ ਭਰਵਾਈ ਹੈ। ਉਹਨੂੰ ਅਨਾਉਂਸਮੈਂਟ ਕਰਨੀ ਸ਼ੁਰੂ ਕੀਤੀ ਕੁਝ ਕਿਲੋਮੀਟਰ ਏਰੀਆ 'ਚ ਵੀ, ਜਿੱਥੇ ਉਹ ਉੱਥੇ ਰੁਕ ਜਾਓ। ਕਿੰਨੇ ਦਿਨ ਕਰਦੇ ਰਹੇ ਆ ਅਨਾਉਂਸਮੈਂਟਾਂ, ਕਿੰਨੇ ਦਿਨ ਲੱਭਦੇ ਰਹੇ ਆ। ਪੂਰੀ ਫੌਜ ਦੀ ਜਿਹੜੀ ਟੁਕੜੀ ਸੀ ਉਹ 40 ਦਿਨ ਲੱਭਦੇ ਰਹੇ ਆ ਬੱਚਿਆਂ ਨੂੰ। 40 ਦਿਨਾਂ ਬਾਅਦ ਉਹ 4 ਬੱਚੇ ਜਿਹੜੇ ਇੱਕ ਜਗ੍ਹਾ ਤੇ ਲੱਭ ਗਏ ਨੇ ਔਰ ਠੀਕ ਠਾਕ ਲੱਭ ਗਏ ਨੇ। ਕੁਝ ਕਮਜ਼ੋਰ ਨੇ, ਬਿਮਾਰ ਨੇ, ਉਹਨਾਂ 4 ਨੂੰ ਹਸਪੀਟਲ ਦਾਖਲ ਕੀਤਾ ਗਿਆ। ਹੁਣ ਤੁਸੀਂ ਸੋਚੋ ਵੀ ਜੇ ਉਹ ਕੋਸ਼ਿਸ਼ ਨਾ ਕਰਦੇ, ਆਤਮਿਕ ਬਲ ਨੂੰ ਕਮਜ਼ੋਰ ਹੋਣ ਤੋਂ ਬਚਾਇਆ, ਆਪਣੇ ਆਪ ਨੂੰ ਆਤਮਿਕ ਬਲ ਰੱਖਿਆ ਤਾਂ ਸਰੀਰਕ ਬਲ ਕਾਇਮ ਰਿਹਾ। 40 ਦਿਨ ਉਸ ਸੱਪਾਂ ਭਰੇ, ਜੰਗਲੀ ਜੀਵਾਂ ਭਰੇ ਜੰਗਲ ਵਿੱਚ ਹਨੇਰੇ 'ਚ ਰਹਿ ਕੇ ਬੱਚਿਆਂ ਨੇ ਜਿਹੜਾ ਹੈ ਆਪਣੇ ਆਪ ਨੂੰ ਕਿਵੇਂ ਨਾ ਕਿਵੇਂ ਉੱਥੋਂ ਜੰਗਲੀ ਜਿਹੜੇ ਫਰੂਟ ਉਹਨਾਂ ਨੂੰ ਲੱਭੇ ਉਹ ਖਾ ਕੇ ਉਹਨਾਂ ਨੇ ਟਾਈਮ ਪਾਸ ਕੀਤਾ। 40 ਦਿਨ ਦਾ ਸਮਾਂ ਥੋੜਾ ਨਹੀਂ ਹੁੰਦਾ। ਉਹਨਾਂ ਦੀ ਹੁਣ ਪਤਾ ਲੱਗਿਆ, ਉਹਨਾਂ ਨੇ ਦੱਸਿਆ ਕਿ ਸਾਡੀ ਮਾਂ 3 ਦਿਨ ਤੱਕ ਜਿੰਦਾ ਰਹੀ, ਸਾਡੇ ਨਾਲ ਉੱਥੇ ਬੈਠੀ ਰਹੀ। ਉਹ ਜ਼ਖਮੀ ਬਹੁਤ ਸੀ। ਉਹਨੇ ਕੁਝ ਸਿੱਖਿਆਵਾਂ ਦਿੱਤੀਆਂ, ਕੁਝ ਦੱਸਿਆ, ਉਹਨੂੰ ਉਹ ਫਾਲੋ ਕਰਦੇ ਰਹੇ ਤੇ 40 ਦਿਨ ਉਹ ਜਿੰਦਾ ਰਹੇ। ਹੁਣ ਹੌਸਲਾ ਦੇਖੋ, ਮਾਂ ਵੀ ਮਰ ਗਈ, ਪਿਓ ਵੀ ਮਰ ਗਿਆ, ਪਰਿਵਾਰ ਮਰ ਗਿਆ, ਬੱਚਿਆਂ ਨੇ ਮੌਤ ਵੀ ਦੇਖੀ ਹੈ। ਡਰਾਵਣੇ ਉਸ ਹਾਦਸੇ 'ਚੋਂ ਨਿਕਲੇ ਹੈ। ਕਿੰਨਾ ਵੱਡਾ ਆਤਮਿਕ ਬਲ ਹੋਏਗਾ ਉਹਨਾਂ ਬੱਚਿਆਂ ਦਾ। ਤਾਂ ਅਸੀਂ
ਜੇ ਬੱਚੇ 2 ਸਾਲ ਦਾ ਬੱਚਾ ਉਸ ਹਾਲਾਤ 'ਚ ਸਰਵਾਈਵ ਕਰ ਸਕਦਾ ਹੈ, 13 ਸਾਲ ਦਾ ਬੱਚਾ ਜਿਹੜਾ ਉਹਨਾਂ ਦਾ ਮੁਖੀ ਹੈ ਉਹਨਾਂ ਸਾਰਿਆਂ ਨੂੰ ਲੀਡ ਕਰਕੇ ਬਚਾ ਸਕਦਾ ਹੈ। ਅਸੀਂ ਤੇ ਸਿਆਣੇ ਬਿਆਣੇ ਹਾਂ, ਹਰ ਚੀਜ਼ ਨੂੰ ਸਮਝਦੇ ਹਾਂ। ਸੋ ਅਸੀਂ ਕੀ ਕਰਨਾ ਹੈ ਕਿ ਕੋਸ਼ਿਸ਼ ਰੱਖਣੀ ਹੈ ਕਿ ਅਸੀਂ ਬਾਹਰੀ ਸਰੀਰ ਦੇ ਰੋਗ ਨੂੰ ਅੰਦਰ ਨਾ ਜਾਣ ਦਈਏ। ਜਿੱਦਾਂ ਮੈਂ ਬਹੁਤ ਸਾਰੇ ਪੇਸ਼ੈਂਟਸ ਨੂੰ ਕਹਿਣਾ ਹੁੰਦਾ, ਤੁਹਾਨੂੰ ਟਾਈਫਾਇਡ ਹੋ ਗਿਆ, ਟਾਈਫਾਇਡ ਸਰੀਰ 'ਚ ਹੀ ਰਹਿਣ ਦਿਆ ਜੇ, ਦਿਮਾਗ 'ਚ ਨਾ ਵੜ ਲਿਆ ਜੇ। ਦਿਮਾਗ 'ਚ ਵੜ ਲਿਆ ਨਹੀਂ ਉਹ ਨਿਕਲਣਾ। ਕਹਿਣ ਦਾ ਮਤਲਬ ਜੇ ਤੁਸੀਂ ਇਹ ਫੀਲਿੰਗ ਲੈ ਲਈ, ਮੈਂ ਸਟੱਡੀ ਕੀਤੀ ਆ ਔਰ ਮੈਂ ਪੜ੍ਹਿਆ ਕਿ ਇੱਕ ਜਗ੍ਹਾ ਤੇ ਲਿਖਿਆ ਮਿਲਦਾ ਕਿ ਜੇ ਤੁਸੀਂ ਸੋਚ ਲਿਆ ਅਸੀਂ ਬੁੱਢੇ ਹੋ ਗਏ, ਮੈਂ ਬੁੱਢਾ ਹੋਣਾ ਸ਼ੁਰੂ ਹੋ ਗਿਆ, ਮੈਂ ਬੁੱਢਾ ਹੋ ਗਿਆ, ਤੁਹਾਡੇ ਕਿਡਨੀ ਨੇ ਉਦੋਂ ਹੀ ਘੱਟ ਕੰਮ ਕਰਨਾ ਸ਼ੁਰੂ ਕਰ ਦੇਣਾ, ਤੁਹਾਡੇ ਫੇਫੜਿਆਂ ਨੇ ਉਦੋਂ ਹੀ ਘੱਟ ਕੰਮ ਕਰਨਾ ਸ਼ੁਰੂ ਕਰ ਦੇਣਾ। ਯਾਨੀ ਕਿ ਤੁਹਾਡੇ ਵਿਚਾਰ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ, ਤੁਹਾਡੇ ਖਾਦੇ ਦਾ, ਤੁਹਾਡੇ ਆਹਾਰ ਦਾ ਉਨਾ ਅਸਰ ਨਹੀਂ ਹੁੰਦਾ ਜਿੰਨਾ ਤੁਹਾਡੇ ਵਿਚਾਰ ਦਾ ਅਸਰ ਹੁੰਦਾ ਹੈ। ਤਾਂ ਮੈਂ ਤੁਹਾਨੂੰ ਕੀ ਅਪੀਲ ਕਰ ਰਿਹਾ ਕਿ ਜਦ ਤੱਕ ਤੁਸੀਂ ਆਪਣਾ ਵਿਚਾਰ ਵਿਵਹਾਰ ਠੀਕ ਨਹੀਂ ਕਰ ਲੈਂਦੇ, ਉਹਨਾਂ ਚਿਰ ਤੱਕ ਤੁਸੀਂ ਸਰੀਰਕ ਤੌਰ ਤੇ ਕਦੇ ਵੀ ਠੀਕ ਠਾਕ ਤੇ ਸੁਖੀ ਨਹੀਂ ਹੋ ਸਕਦੇ। ਸੋ ਵੀਡੀਓ ਨੂੰ ਆਖਿਰ ਤੱਕ ਦੇਖਣ ਵਾਲੇ ਦਰਸ਼ਕਾਂ ਨੂੰ ਮੇਰਾ ਬਹੁਤ ਬਹੁਤ ਧੰਨਵਾਦ।